गुड मॉर्निंग स्टूडेंट्स। ਅੱਜ ਆਪਾਂ ਦੇਖਣਾ ਹੈ ਕਿ ਅਗਰ cos ਤੇ sin ਦੀ ਪ੍ਰੋਡਕਟ ਹੋਵੇ ਉਸ ਨੂੰ ਕਿੱਦਾਂ ਆਪਾਂ ਸੀਰੀਜ਼ ਆਫ sin ਜਾਂ cosine ਦੇ ਵਿੱਚ ਐਕਸਪੈਂਡ ਕਰਨਾ ਹੈ। ਆਲਰੇਡੀ ਆਪਾਂ ਦੇਖਿਆ ਸੀਗਾ ਕਿ ਇਕੱਲਾ cos ਦੀ ਪਾਵਰ ਹੋਵੇ ਕੁਝ 6 7 ਤਾਂ ਉਹਨੂੰ ਐਕਸਪੈਂਡ ਕਰਦਾ ਜਾਂ sin ਦੀ ਪਾਵਰ ਹੋਵੇ। ਅਗਰ ਦੋਨਾਂ ਦੀ ਪ੍ਰੋਡਕਟ ਹੈ ਤੇ ਥੋੜਾ ਜਿਹਾ ਹਾਇਰ ਆਰਡਰ ਦਾ ਜਿਹੜਾ ਕੁਐਸਚਨ ਹੈ ਇਹਦੇ ਲਈ पहला तो वही सेम स्टेप है कि x की वैल्यू cos थीटा प्लस योटा sin थीटा then 1 upon x is cos थीटा minus योटा sin थीटा then their sum x plus 1 upon x will become 2 cos थीटा तो x minus 1 upon x is 2 योटा sin थीटा। Similarly अगर x साडा सिस थीटा है तो x raised to power n will be सिस n थीटा थे n थीटा इत्थे भी n थीटा ना so and their sum and their difference it will be 2 cos n theta and 2 iota sin n theta। ਹੁਣ ਆਪਾਂ ਆਉਂਦੇ ਕੁਐਸਚਨ ਤੇ ਇਹ ਤਾਂ ਆਪਣਾ ਪਹਿਲਾ ਬੇਸਿਕ ਹੈ ਜੋ ਆਪਾਂ ਕਰਨਾ ਹੁੰਦਾ ਲਿਖਣਾ ਹੁੰਦਾ ਫॉर द क्वेश्चन। नाउ दिस इज द क्वेश्चन in which we have to find the expansion of cos raised to power 5 into sin raised to power 7। तो फर्स्ट स्टैप की है ਇਹਦੇ ਵਿੱਚ ਕਿ ਜੋ ਆਪਾਂ ਉੱਪਰ ਵੈਲਿਊਜ਼ ਲਿਖੀਆਂ ਜਿੱਥੇ ਸਮ ਕੀਤਾ ਸੀਗਾ ਤਾਂ cos ਬਣ ਗਿਆ ਸੀ ਤਾਂ 2 cos theta will be x plus 1 upon x and 2 iota sin theta is x minus 1 upon x। so ਉਹਨਾਂ ਦੀ ਪਾਵਰ ਆਪਾਂ 7 ਇਨਕਰੀਜ਼ ਕਰਤੇ ਔਨ ਬੋਥ ਸਾਈਡ। ਹੁਣ ਇਸ ਤੋਂ ਬਾਅਦ ਅਸੀਂ ਕੀ ਕਰਨਾ ਆ ਵੀ ਹੈਵ ਟੂ ਸੀ ਕਿ ਜਿਹੜੇ ਆਪਾਂ ਇਹ ਕਰ ਰਹੇ ਸਾਈਨ ਜਾਂ cos ਦੀ ਐਕਸਪੈਂਸ਼ਨ ਆਪਾਂ ਲਿਖ ਲਈ ਇਸ ਫਾਰਮ 'ਚ x ਦੀ ਫਾਰਮ 'ਚ ਲਿਖੀ ਜਾ ਸਕਦੀ ਆ। ਇਹਦੇ ਵਿੱਚ ਜਿਹੜੀ ਪਾਵਰ ਜ਼ਿਆਦਾ ਆ ਜਿੱਦਾਂ x minus 1 upon x ਦੀ ਪਾਵਰ 7 ਆ तो पहला आपां इनू एक्सपैंड करना है ਇਹਦੇ ਕੋਫੀਸ਼ੀਐਂਟ ਲਿਖਨੇ ਆ। यू कैन राइट द कोफिशिएंट अकॉर्डिंग टू पास्कल ट्रायंगल रूल और बाई बायनोमियल कोफिशिएंट ਜਿਹੜਾ NCR ਦਾ ਮੈਥਡ ਹੁੰਦਾ ਹੈ ਉਹਦੇ ਅਕੋਰਡਿੰਗਲੀ ਵੀ ਲਿਖ ਸਕਦੇ ਆ। तो ਆਪਾਂ ਨੂੰ ਪਤਾ ਹੈ ਕਿ ਜੇ ਪਾਵਰ 7 ਹੋਵੇ ਤਾਂ ਕੋਫੀਸ਼ੀਐਂਟ ਕੀ ਹੁੰਦੇ ਆ 1 7 21 35 ਯੂ ਕੈਨ ਸੀ ਪਾਸਕਲ ਟ੍ਰਾਇੰਗਲ ਦੇ ਵਿੱਚ 7 ਦੇ ਅਕੋਰਡਿੰਗਲੀ ਇਹ ਵਾਲੇ ਆਉਂਦੇ ਆ। ਹੁਣ ਇਹ ਕਿਉਂਕਿ ਟਰਮ ਸੀਗੀ x ਮਾਈਨਸ 1 ਅਪੋਨ x ਤੋਂ ਨੈਗੇਟਿਵ ਸੀਗਾ ਤਾਂ ਜਦੋਂ ਨੈਗੇਟਿਵ ਆ ਜਾਵੇ ਬਾਇਨੋਮੀਅਲ ਐਕਸਪੈਂਸ਼ਨ ਦੇ ਵਿੱਚ ਟਰਮ ਤਾਂ ਫਿਰ ਜਿਹੜੀਆਂ ਕੋਫੀਸ਼ੀਐਂਟ ਹੁੰਦੇ ਇੱਕ ਪੋਜ਼ਿਟਿਵ ਇੱਕ ਨੈਗੇਟਿਵ ਇਸ ਤਰੀਕੇ ਨਾਲ ਵੀ ਵਿਲ ਸਟਾਰਟ ਵਿਦ ਪੋਜ਼ਿਟਿਵ। ਸੋ ਇਹ ਜਿਹੜੇ ਕੋਫੀਸ਼ੀਐਂਟ ਆਣੇ ਆ ਪਹਿਲਾਂ 1 ਪੋਜ਼ਿਟਿਵ ਫਿਰ 7 ਨੈਗੇਟਿਵ ਫਿਰ 21 ਪੋਜ਼ਿਟਿਵ 35 ਨੈਗੇਟਿਵ ਇਸੇ ਤਰੀਕੇ ਨਾਲ ਅਸੀਂ ਕੰਪਲੀਟ ਕੋਫੀਸ਼ੀਐਂਟ ਪਾਵਰ 7 ਦੇ ਅਕੋਰਡਿੰਗਲੀ ਲਿਖ ਲਏ ਪਾਸਕਲ ਟ੍ਰਾਇੰਗਲ ਦੇ ਵਿੱਚੋਂ ਪੁਟਿੰਗ ਦੀ ਸਾਈਨ ਆਫ ਮਾਈਨਸ ਅਲਟਰਨੇਟਿਵਲੀ। ਉਸ ਤੋਂ ਬਾਅਦ ਵਾਟ ਇਜ਼ ਦ ਨੈਕਸਟ ਸਟੈਪ ਪਹਿਲਾਂ ਤਾਂ ਲਿਖ ਲੈਣਾ ਇਹਦੀ ਐਕਸਪੈਂਸ਼ਨ 'ਚ ਜਿਹੜੇ ਵੀ ਸਾਡੇ ਕੋਲ ਸਾਈਨ ਆਉਂਦੇ ਆ ਅਤੇ ਜਿਹੜੇ ਵੀ ਕੋਫੀਸ਼ੀਐਂਟ ਆਉਂਦੇ ਆ। ਹੁਣ ਉਸ ਤੋਂ ਬਾਅਦ ਇਹਨੂੰ ਮਲਟੀਪਲਾਈ ਕਰਨਾ ਇਹਦੇ ਨਾਲ ਮਲਟੀਪਲਾਈ ਕਰਕੇ ਬਸ ਸਾਨੂੰ ਪਤਾ ਚੱਲੇਗਾ ਕਿ ਕੀ ਆਉਂਦੇ ਇਹਦੇ ਟਰਮਸ ਕੀ ਬਣਦੀਆਂ। ਸੋ ਇਹਨੂੰ ਮਲਟੀਪਲਾਈ ਕਿਸ ਤਰੀਕੇ ਨਾਲ ਕਰਨਾ ਕਿ ਇਹਦੇ ਕੋਫੀਸ਼ੀਐਂਟ ਲਿਖ ਲਏ ਪਾਵਰ 7 ਵਾਲੀ ਟਰਮ ਦੇ ਅਤੇ ਜਿਹੜੀ ਪਾਵਰ 5 ਵਾਲੀ ਟਰਮ ਆ ਉਹਦੇ ਕੋਫੀਸ਼ੀਐਂਟ x ਦਾ ਕੋਫੀਸ਼ੀਐਂਟ 1 ਅਤੇ 1 ਅਪੋਨ x ਦਾ ਕੋਫੀਸ਼ੀਐਂਟ ਵੀ 1 ਹੈ ਦੋਨੋਂ ਪੋਜ਼ੀਟਿਵ ਹੈ ਠੀਕ ਹੈ। ਤਾਂ ਆਪਾਂ ਇਹਦੇ ਨਾਲ ਇਹਨੂੰ ਮਲਟੀਪਲਾਈ ਕਰਨਾ 5 ਟਾਈਮਸ ਕਿਉਂਕਿ ਪਾਵਰ 5 ਹੈ ਤਾਂ 5 ਟਾਈਮਸ ਆਪਾਂ ਇਹਨੂੰ ਮਲਟੀਪਲਾਈ ਕਰਾਂਗੇ। ਸੋ ਆਹ ਕੋਫੀਸ਼ੀਐਂਟ ਲਿਖ ਲੈ ਅਤੇ ਨਾਲ ਆਹ ਕੋਫੀਸ਼ੀਐਂਟ ਹੈਗੇ x ਪਲੱਸ 1 ਅਪੋਨ x ਦੇ ਕੋਰਸਪੋਂਡਿੰਗਲੀ 1 1। ਹੁਣ ਇਹਨੂੰ ਮਲਟੀਪਲਾਈ ਕਿਸ ਤਰੀਕੇ ਨਾਲ ਕਰਨਾ ਪਹਿਲਾਂ 1 ਨੂੰ ਮਲਟੀਪਲਾਈ ਕਰ ਦਿੱਤਾ ਸਾਰੇ ਕੋਫੀਸ਼ੀਐਂਟ ਨਾਲ ਉਹ ਸੇਮ ਹੀ ਰਹਿ ਜਾਣਗੇ। ਫਿਰ ਦੂਸਰੇ ਇਸ 1 ਨਾਲ ਜਦੋਂ ਕਰਨਾ ਨਾ ਤਾਂ ਇਹਦੇ ਨੀਚੇ ਇੱਥੇ ਆਪਾਂ ਪਲੇਸ ਛੱਡ ਦੇਣੀ ਆ। ਵੀ ਵਿਲ ਸਟਾਰਟ ਫਰੋਮ 1 ਟਰਮ ਅਹੈਡ। ਸੋ ਇਹ ਤੋਂ ਆਪਾਂ ਮਲਟੀਪਲਾਈ ਇਸੇ ਤਰੀਕੇ ਨਾਲ ਕਰਨਾ ਇਹੀ ਕੋਫੀਸ਼ੀਐਂਟ ਆਣੇ ਬਟ ਇੱਕ ਟਰਮ ਛੱਡ ਕੇ ਫਿਰ ਇੱਧਰੋਂ ਇੱਕ ਟਰਮ ਜਿਹੜੀ ਅੱਗੇ ਇਹਦੇ ਨਿਕਲ ਜਾਏਗੀ। ਸੋ ਇਹਨਾਂ ਦੋਨਾਂ ਨੂੰ ਫਿਰ ਆਪਾਂ ਐਡ ਕਰ ਦੇਣਾ ਜਿੰਨਾ ਜਿਹੜੇ ਆ ਦੋਨੋਂ ਕੋਫੀਸ਼ੀਐਂਟ ਆਏ ਨਾ ਪਹਿਲਾਂ 1 ਨਾਲ ਮਲਟੀਪਲਾਈ ਕਰਕੇ ਫਿਰ ਦੂਸਰਾ ਵੀ 1 ਜਾਂ 1 ਨਾਲ ਮਲਟੀਪਲਾਈ ਕੀਤਾ ਲੇਕਿਨ ਵੀ ਹੈਵ ਟੂ ਕੀਪ 1 ਸਪੇਸ ਐਮਟੀ ਹੇਅਰ ਅਤੇ ਇਹਨੂੰ ਫਿਰ ਐਡ ਕਰ ਲੈਣਾ ਅਤੇ 1 ਆ ਗਿਆ 7 ਮਾਈਨਸ 7 ਪਲੱਸ 1 ਇਜ਼ ਮਾਈਨਸ 6 ਐਂਡ 21 ਮਾਈਨਸ 7 ਇਜ਼ 14 ਐਂਡ ਸਿਮਿਲਰ ਵੇ ਆ ਸਾਰਾ ਐਡੀਸ਼ਨ ਕਰਕੇ ਆ ਗਿਆ। ਸੋ ਇੱਥੇ ਆਪਾਂ ਨੰਬਰ 1 ਲਿਖਿਆ ਹੋਇਆ ਇਹਦਾ ਮਤਲਬ ਇਹ ਆ ਕਿ ਇੱਕ ਵਾਰੀ ਮਲਟੀਪਲਾਈ ਕਰ ਲਿਆ ਇਹਦੀ ਪਾਵਰ ਹੈਗੀ 5 ਤਾਂ ਆਪਾਂ 5 ਟਾਈਮਸ ਆ ਚੀਜ਼ ਰਿਪੀਟ ਕਰਨੀ ਆ। ਤਾਂ ਪਹਿਲਾਂ ਇੱਕ ਵਾਰੀ ਕਰ ਲਿਆ ਉਸ ਤੋਂ ਬਾਅਦ ਹੁਣ ਆਪਾਂ ਜਿਹੜਾ ਆਨਸਰ ਆਇਆ ਨਾ ਆ ਫਸਟ ਸਟੈਪ ਦਾ ਆਨਸਰ ਹੈ ਦਿਸ 1 ਉਹਨੂੰ ਫਿਰ ਤੋਂ 1 1 ਨਾਲ ਮਲਟੀਪਲਾਈ ਕਰਨਾ ਸੇਮ ਵੇ ਨਾਲ ਪਹਿਲਾਂ ਇਸ 1 ਨਾਲ ਮਲਟੀਪਲਾਈ ਕੀਤਾ ਟਰਮ ਆ ਗਈ ਸਾਰੀ ਫਿਰ ਦੂਸਰੇ 1 ਨਾਲ ਕਰਨਾ ਤਾਂ ਇੱਕ ਪਲੇਸ ਉੱਤੇ ਛੱਡ ਕੇ ਨੈਕਸਟ ਤੋਂ ਸ਼ੁਰੂ ਕਰਕੇ ਲਿਖ ਲੈਣਾ ਐਂਡ ਅਗੇਨ ਯੂ ਵਿਲ ਐਡ ਦੈਮ। ਜਦੋਂ ਤੁਸੀਂ ਐਡ ਕੀਤਾ ਚੀਜ਼ ਆ ਗਈ ਤਾਂ ਇਹ ਕੀ ਹੈ ਇਹ ਸੈਕਿੰਡ ਸਟੈਪ ਆ ਗਿਆ ਮਤਲਬ ਪਾਵਰ 2 ਤੱਕ ਪ੍ਰੋਡਕਟ ਜਿਹੜੀ ਇਹ ਹੋਏਗੀ।
तो आप देख रहे हैं कि क्वेश्चन च किन्ने टाइम्स दी पावर दित्ती हुई है कॉस दी या साइन दी, जिहड़ी लैस वाली पावर है, जिहड़ी ग्रेटर पावर है ਉਹਦੇ ਅਕੋਰਡਿੰਗਲੀ ਕੋਫੀਸ਼ੀਐਂਟ ਲਿਖ ਲੈਣੇ, ਜਿਹੜੀ ਲੈਸ ਪਾਵਰ ਆ ਉਹਨੂੰ ਆਪਾਂ ਮਲਟੀਪਲਾਈ ਕਰਨਾ, ਜਿੰਨੀ ਪਾਵਰ ਹੋਵੇ ਉਨੀ ਟਾਈਮਸ। ਸੋ 2 ਵਾਰੀ ਕਰ ਲਿਆ ਇੱਥੇ। ਉਸ ਤੋਂ ਬਾਅਦ ਹੁਣ ਟਵਾਈਸ ਮਲਟੀਪਲੀਕੇਸ਼ਨ ਤੋਂ ਬਾਅਦ ਸਾਡੇ ਕੋਲ ਆ ਗਿਆ, ਇਹਨੂੰ ਫਿਰ ਤੋਂ ਅੱਗੇ ਮਲਟੀਪਲਾਈ 1 1 ਨਾਲ ਕੀਤਾ, ਉਸ ਤੋਂ ਬਾਅਦ ਥਰਡ ਸਟੈਪ ਹੋ ਗਿਆ, ਫਿਰ 1 1 ਨਾਲ ਮਲਟੀਪਲਾਈ ਕੀਤਾ, ਫੋਰਥ ਸਟੈਪ ਹੋ ਗਿਆ, ਐਂਡ ਫਿਰ ਉਸ ਤੋਂ ਬਾਅਦ ਅਸੀਂ ਇਹਨੂੰ ਮਲਟੀਪਲਾਈ ਕੀਤਾ 4 ਸਟੈਪ ਤੋਂ ਬਾਅਦ, ਫਿਰ ਆ 5th ਸਟੈਪ ਆ ਗਿਆ। 5 ਸਟੈਪਸ ਤੋਂ ਬਾਅਦ ਜਿਹੜੇ ਕੋਫੀਸ਼ੀਐਂਟ ਆਏ ਆ ਇਹ ਸਾਡੇ ਜਿਹੜਾ ਗਿਵਨ ਸੀਗਾ ਨਾ ਕੁਐਸਚਨ ਦਿਸ ਵਨ, ਇਹਦੇ ਕੋਫੀਸ਼ੀਐਂਟ ਆਣਗੇ, ਠੀਕ ਹੈ, ਕਿਉਂਕਿ ਇਹਦੇ ਕੋਫੀਸ਼ੀਐਂਟ ਲਿਖ ਲਏ 5 ਟਾਈਮਸ ਇਹਨਾਂ ਮਲਟੀਪਲਾਈ ਕੀਤਾ। ਹੁਣ ਜਿਹੜੇ ਕੋਫੀਸ਼ੀਐਂਟ ਹੈ ਪ੍ਰੋਡਕਟ ਦੇ ਕੋਫੀਸ਼ੀਐਂਟ ਆ, ਤਾਂ ਉਹ ਕੋਫੀਸ਼ੀਐਂਟ ਲਿਖਣੇ ਆ ਨਾਲ x ਦੀ ਪਾਵਰ। ਹੁਣ ਦੇਖੋ ਕਿੰਨੀ ਆਏਗੀ ਟੋਟਲ x ਦੀ ਪਾਵਰ, ਜਿਹੜੀ ਮੈਕਸਿਮਮ ਆਏਗੀ 7 + 5 ਜਾਣੀ ਕਿ 12। ਤਾਂ 12 ਤੋਂ ਪਾਵਰ ਸ਼ੁਰੂ ਕਰਕੇ x ਦੀ ਅਸੀਂ 2 ਦੇ ਡਿਫਰੈਂਸ 'ਤੇ ਲਿਖੀ ਜਾਣਾ। ਸਾਨੂੰ ਪਤਾ ਹੈ ਕਿ ਜਦੋਂ ਆਪਾਂ ਇਹਨੂੰ ਮਲਟੀਪਲਾਈ ਕਰਦੇ ਹੁੰਦੇ ਹਾਂ ਪਾਵਰ ਦਾ ਡਿਫਰੈਂਸ 2 ਦਾ ਆਉਂਦਾ ਹੈ, ਵੀ ਹੈਵ ਸੀਨ ਇਨ ਦੀ ਕੁਐਸਚਨਸ। ਅਤੇ ਹੁਣ ਆਪਾਂ ਇਹਨਾਂ ਨੂੰ ਜਿਹੜਾ ਹੈ ਉਹ ਕੋਫੀਸ਼ੀਐਂਟਸ ਨੂੰ ਲਿਖ ਲੈਂਦੇ ਹਾਂ ਕਿ ਇਹਦੀ ਐਕਸਪੈਂਸ਼ਨ ਜਦੋਂ ਕਰਦੇ ਹਾਂ ਤਾਂ ਕੋਫੀਸ਼ੀਐਂਟਸ ਆ ਗਏ ਸਾਡੇ ਕੋਲ। ਅਤੇ x ਦੀ ਪਾਵਰ 12 ਤੋਂ ਸ਼ੁਰੂ ਹੋ ਕੇ 12 10 8 6 4 ਇੱਦਾਂ ਕਰਕੇ ਸਾਰੀ ਲਿਖ ਲੈਣੀ ਹੈ। 12 ਤੋਂ ਲੈ ਕੇ -12 ਤੱਕ ਆਪਾਂ ਸਾਰੀ ਪਾਵਰਸ ਲਿਖਣੀਆਂ। ਨਾ ਹੁਣ ਤੁਹਾਡੇ ਕੋਲ ਸਾਰੇ ਕੋਫੀਸ਼ੀਐਂਟਸ ਆ ਗਏ ਆ ਮਲਟੀਪਲਾਈ ਕਰਨ ਤੋਂ ਬਾਅਦ। ਹੁਣ ਆਪਾਂ ਇਹਦੇ ਵਿੱਚ ਕੋਫੀਸ਼ੀਐਂਟ ਪੁੱਟ ਕਰ ਦਿੰਦੇ ਹਾਂ। ਸੋ ਕੋਫੀਸ਼ੀਐਂਟ ਜਿਹੜਾ ਪਹਿਲਾ 1 ਆ, ਅਤੇ x ਦੀ ਪਾਵਰ ਨਾਲ ਕਿੰਨੀ ਲਿਖਣੇ ਜਿੰਨੀ ਟੋਟਲ ਪਾਵਰ ਆ, ਜਾਣੀ ਕਿ 12। ਫਿਰ ਦੂਸਰਾ ਕੋਫੀਸ਼ੀਐਂਟ -2 ਅਤੇ x ਦੀ ਪਾਵਰ 10। 12 ਤੋਂ 2 ਘਟਾ ਦੇਣੇ, x ਦੀ ਪਾਵਰ ਜਿਹੜੀ 2 ਦੇ ਡਿਫਰੈਂਸ 'ਤੇ ਲਿਖਣੀ ਆ ਅਸੀਂ। ਫਿਰ ਅਗਲਾ ਕੋਫੀਸ਼ੀਐਂਟ ਹੈਗਾ -4 ਅਤੇ x ਦੀ ਪਾਵਰ ਨਾਲ ਆ ਜਾਏਗੀ 8। ਨੈਕਸਟ ਹੈਗਾ 10 ਅਤੇ ਉਹਦੇ ਨਾਲ ਪਾਵਰ ਹੈ 6, ਠੀਕ ਹੈ। ਤਾਂ x ਦੀ ਪਾਵਰ 12 10 8 6 4 ਕਰਦੇ ਕਰਦੇ ਕਦੋਂ ਤੱਕ ਜਾਣੀ ਆ -12 ਤੱਕ। ਅਤੇ ਆਹ ਸਾਰੇ ਕੋਫੀਸ਼ੀਐਂਟ ਨਾਲ ਆਪਾਂ ਲਿਖ ਦੇਣੇ ਆ। ਹੁਣ ਆਪਾਂ x ਦੀ ਪਾਵਰ 12 ਅਤੇ x ਦੀ ਪਾਵਰ -12 ਇਹਨਾਂ ਨੂੰ ਇਕੱਠੇ ਲਿਖ ਲੈਣਾ। x ਦੀ ਪਾਵਰ 10 ਅਤੇ x ਦੀ ਪਾਵਰ -10 ਇਹਨਾਂ ਨੂੰ ਇਕੱਠੇ ਕਰਕੇ ਲਿਖ ਲੈਣਾ। ਇਸੇ ਤਰੀਕੇ ਨਾਲ ਅਸੀਂ ਸਾਰੇ ਕੋਫੀਸ਼ੀਐਂਟ ਇਹ ਲਿਖ ਲਏ। ਅਤੇ ਹੁਣ ਆਹ ਜਿਹੜੀ ਵੈਲਿਊ ਹੁੰਦੀ ਹੈ x⁻12 -1/x⁻12 ਇਟ ਇਜ਼ 2 iota sin 12 theta। तो ये लिख लिया। ਜਿਹੜਾ x⁻10 -1/x⁻10 है इट इज़ 2 iota sin 10 theta। आ बन जाएगा 2 iota sin 8 theta। इट विल बी 2 iota sin 6 theta, 2 iota sin 4 theta, 2 iota sin 2 theta। सो ये सारी टर्म लिख लिया। हर एक दे विच 2 iota तो आंदे ही है, तो 2 iota वी कैन टेक कॉमन। तो 2 iota कॉमन ले लिया। तो दूजे पासे जेडे 2 की पावर 12 तो iota की पावर 7 सी ना, iota रेज़ टू पावर 7 जोड़ा है वो माइनस iota होंदा है। सो ये लिख लिया। तो 2 की पावर 12 इधर शिफ्ट कर ली। हुण iota ना iota कैंसल हो जाएगा, तो 2 एक इत्थे जिहड़ी पावर 12 सी वो 11 रह जाएगी। सो दिस इज़ द रिक्वायर्ड एक्सपेंशन दैट वी नीडेड। cos n थीटा ਜਾਂ sin n थीटा ਨੂੰ ਐਕਸਪੈਂਡ ਕਰਦੇ ਹਾਂ ਇਨ ਪਾਵਰਸ ਆਫ ਕੋਸਾਈਨਸ ਔਰ ਸਾਈਨਸ। ਸੋ ਇਹਨੂੰ ਐਕਸਪੈਂਡ ਕਰਨ ਦਾ ਜਿਹੜਾ ਬੇਸਿਕ ਮੈਥਡ ਹੈ ਉਹ ਬਾਇਨੋਮੀਅਲ ਹੀ ਹੈ। ਬਾਇਨੋਮੀਅਲ ਜਾਂ ਪਾਸਕਲ ਟ੍ਰਾਇੰਗਲ ਜੋ ਵੀ ਤੁਸੀਂ ਯੂਜ਼ ਕਰ ਸਕਦੇ ਆ। ਹੁਣ ਆਪਣੇ ਕੋਲ ਜਿਸ ਤਰੀਕੇ ਨਾਲ ਇੱਥੇ ਹੈ cos ਥੀਟਾ ਪਲਸ iota sin ਥੀਟਾ ਰੇਜ਼ਡ ਪਾਵਰ n, ਇਹਨੂੰ ਆਪਾਂ ਲਿਖ ਸਕਦੇ cos n ਥੀਟਾ ਪਲਸ iota sin n ਥੀਟਾ, ਇਹਨੂੰ ਆਪਾਂ ਇੱਧਰ ਲਿਖ ਲਿਆ। ਹੁਣ ਆਹ ਜਿਹੜੀ ਪਾਵਰ ਹੈ cos ਥੀਟਾ ਪਲਸ iota sin ਥੀਟਾ ਰੇਜ਼ਡ ਪਾਵਰ n, ਇਹਨੂੰ ਆਪਾਂ ਬਾਇਨੋਮੀਅਲ ਦੇ ਅਕੋਰਡਿੰਗਲੀ ਐਕਸਪੈਂਡ ਕਰੀਏ ਤਾਂ NC0 cos ਦੀ ਪਾਵਰ n ਅਤੇ iota sin ਦੀ ਪਾਵਰ 0। ਫਿਰ NC1 cos ਦੀ ਪਾਵਰ n-1, iota sin ਥੀਟਾ ਦੀ ਪਾਵਰ 1 ਐਂਡ ਸੋ ਔਨ। ਇਸ ਤਰੀਕੇ ਨਾਲ ਆਪਾਂ cos ਦੀ ਪਾਵਰ ਜਿਹੜੀ ਹੈ n ਤੋਂ ਸ਼ੁਰੂ ਕਰਕੇ ਇੱਕ ਇੱਕ ਲੈਸ ਕਰੀ ਜਾਣੀ, ਅਤੇ sin ਦੀ ਪਾਵਰ 0 ਤੋਂ ਲੈ ਕੇ 1 2 3 ਅਪ ਟੂ n ਤੱਕ ਇਹ ਜਾਣੀ ਹੈ। ਸੋ ਇਸ ਤਰੀਕੇ ਨਾਲ ਅਸੀਂ ਐਕਸਪੈਂਡ ਕਰ ਸਕਦੇ ਹਾਂ। ਹੁਣ ਬਾਇਨੋਮੀਅਲ ਕੋਫੀਸ਼ੀਐਂਟ ਜਿਹੜੇ ਆ NC0 ਇਹਨੂੰ ਆਪਾਂ ਸਿੰਪਲੀਫਾਈ ਵੀ ਕਰ ਸਕਦੇ ਹਾਂ। ਅਦਰਵਾਈਜ਼ ਯੂ ਕੈਨ ਯੂਜ਼ ਦੀ ਪਾਸਕਲ ਟ੍ਰਾਇੰਗਲ ਰੂਲ, ਜਿੰਨੀ ਵੀ ਪਾਵਰ ਦਿੱਤੀ ਹੋਵੇ ਉਹਦੇ ਅਕੋਰਡਿੰਗਲੀ ਕਰ ਸਕਦੇ ਹਾਂ। ਚਲੋ ਇਹ ਹੋ ਜਾਏਗਾ। ਉਸ ਤੋਂ ਬਾਅਦ ਅਸੀਂ ਕਰਨਾ ਕੀ ਸੀਗਾ, cos n ਥੀਟਾ ਜਾਂ sin n ਥੀਟਾ ਦੀ ਐਕਸਪੈਂਸ਼ਨ ਲਿਖਣੀ ਸੀ। ਹੁਣ cos n ਥੀਟਾ ਕੀ ਹੈ, ਉਹ ਰੀਅਲ ਪਾਰਟ ਹੈ। ਇੱਧਰੋਂ ਵੀ ਜਿਹੜਾ ਰੀਅਲ ਪਾਰਟ ਆਏਗਾ ਉਹਨੂੰ cos n ਥੀਟਾ ਦੇ ਇਕੁਅਲ ਕਰ ਦਾਂਗੇ। ਆਪਣੇ ਕੋਲ cos n ਥੀਟਾ ਦੀ ਐਕਸਪੈਂਸ਼ਨ ਆ ਜਾਏਗੀ। ਅਤੇ iota sin n ਥੀਟਾ, ਤਾਂ sin n ਥੀਟਾ ਹੈ ਆਪਣਾ ਇਮੈਜਨਰੀ ਪਾਰਟ, ਅਤੇ ਦੂਜੇ ਪਾਸੇ b iota ਵਾਲੀਆਂ ਟਰਮਸ ਜਿਹੜੀਆਂ ਆਉਣਗੀਆਂ
ਉਹ ਇਮੈਜਨਰੀ ਪਾਰਟ ਹੋਣਗੀਆਂ ਤੇ ਉਹਨਾਂ ਦੋਨਾਂ ਨੂੰ ਇਕੁਏਟ ਕਰ ਦੇਣਾ। ਤੇ ਇਮੈਜਨਰੀ ਪਾਰਟ ਤੇ ਰੀਅਲ ਪਾਰਟ ਨੂੰ ਇਕੁਏਟ ਕਰਕੇ ਸਾਡੇ ਕੋਲ cos n ਥੀਟਾ ਤੇ sin n ਥੀਟਾ ਦੀ ਐਕਸਪੈਂਸ਼ਨ ਆ ਜਾਏਗੀ। ਲੈਟ ਅਸ ਸੀ ਨਾਓ ਦੀ ਕੁਐਸਚਨ। देखो, expand sin 6 theta in powers of sin theta or cos theta and also deduce that sin 6 theta upon sin theta is this। तो sin 6 theta तो आ ਤੁਹਾਨੂੰ n ਪਤਾ ਚੱਲ ਗਿਆ ਕਿ n 6 ਮੀਨਸ ਇੱਥੇ ਪਾਵਰ ਆਪਾਂ 6 ਲਗਾਣੀ ਹੈ। cos 6 theta plus iota sin 6 theta is equal to cos theta plus iota sin theta raised to power 6। ਹੁਣ 6 ਪਾਵਰ ਦੇ ਨਾਲ ਕੋਫੀਸ਼ੀਐਂਟ ਕੀ ਆਣਗੇ, ਆਈਦਰ ਯੂ ਰਾਈਟ 6c0 6c1 ਐਕਸੈਟਰਾ, ਔਰ ਇੱਥੇ ਪਾਸਕਲ ਟ੍ਰਾਇੰਗਲ ਦੇ ਅਕੋਰਡਿੰਗਲੀ ਸਾਨੂੰ ਪਤਾ ਹੈ ਕੋਫੀਸ਼ੀਐਂਟ ਕੀ ਹੁੰਦੇ 1 6 15 20 15 6 1। ਜ਼ਰੂਰੀ ਨਹੀਂ ਤੁਸੀਂ ਯਾਦ ਰੱਖਣਾ, ਤੁਸੀਂ ਪਾਸਕਲ ਟ੍ਰਾਇੰਗਲ ਬਣਾ ਵੀ ਸਕਦੇ ਆ, 5 ਮਿੰਟ ਲੱਗਣਗੇ ਐਟਲੀਸਟ। ਅਤੇ ਤੁਹਾਡੇ ਕੁਐਸਚਨ ਜਿਹੜੇ ਤੁਸੀਂ ਸੋਲਵ ਕਰੋਗੇ ਹੁਣ ਜਦੋਂ, ਤਾਂ ਉਹਦੇ ਵਿੱਚੋਂ ਚੈੱਕ ਕਰ ਸਕਦੇ ਆ। ਸੋ ਹੁਣ ਇਹ ਕੋਫੀਸ਼ੀਐਂਟ ਪਹਿਲਾਂ 1 ਆ, ਅਤੇ ਨਾਲ ਆ cos ਦੀ ਪਾਵਰ ਜਿੰਨੀ ਟੋਟਲ ਪਾਵਰ ਹੁੰਦੀ ਉਹ, ਅਤੇ iota sin ਦੀ ਪਾਵਰ 0। ਦੂਸਰਾ ਕੋਫੀਸ਼ੀਐਂਟ ਹੈ 6, cos ਦੀ ਪਾਵਰ 1 ਘੱਟ ਗਈ, 6 ਤੋਂ ਬਾਅਦ 5 ਆ ਗਈ, iota sin ਥੀਟਾ ਦੀ ਪਾਵਰ 1 ਇਨਕਰੀਜ਼ ਕਰ ਦਿੱਤੀ। ਇੱਦਾਂ ਆਪਾਂ ਸਾਰੇ ਇਹ ਕੋਫੀਸ਼ੀਐਂਟ ਦੇ ਨਾਲ cos ਤੇ sin ਦੀਆਂ iota sin ਦੀਆਂ ਪਾਵਰਸ ਲਿਖ ਲਈਆਂ। ਹੁਣ ਆਪਾਂ ਇਹਨੂੰ ਥੋੜ੍ਹਾ ਸਿੰਪਲੀਫਾਈ ਕਰਨਾ, ਜਿੱਦਾਂ ਪਾਵਰ 0 ਦਾ ਮਤਲਬ ਤਾਂ 1 ਹੁੰਦਾ ਹੈ, ਸਮਥਿੰਗ ਰੇਜ਼ ਟੂ ਪਾਵਰ 0 ਇਜ਼ 1। ਤਾਂ ਪਹਿਲਾਂ ਤਾਂ cos 6 ਥੀਟਾ ਹੀ ਆ ਗਿਆ, cos ਰੇਜ਼ ਟੂ ਪਾਵਰ 6। ਉਸ ਤੋਂ ਬਾਅਦ ਦੂਜੀ ਟਰਮ iota ਵਾਲੀ ਆਊਗੀ ਕਿ iota ਦੀ ਪਾਵਰ 1 ਆ ਗਈ। ਤੀਸਰੀ ਟਰਮ 'ਚ iota ਦਾ ਸਕੇਅਰ ਹੋ ਜਾਣਾ, ਦੈਟ ਇਜ਼ -1 ਤੋਂ -15 ਇੰਟੂ cos ਐਂਡ sin। ਉਸ ਤੋਂ ਬਾਅਦ ਆ iota ਦੀ ਪਾਵਰ 3 ਹੁੰਦਾ ਹੈ ਮਾਈਨਸ iota, ਇਹ ਵੀ iota ਵਾਲੀ ਟਰਮ ਆਏਗੀ। ਇੱਥੇ iota ਦੀ ਪਾਵਰ ਆ ਜਾਣੀ 4, ਦੈਟ ਇਜ਼ 1, ਔਰ ਨੈਕਸਟ ਦੇ ਵਿੱਚ iota ਦੀ ਪਾਵਰ 5, ਦੈਟ ਇਜ਼ iota। ਤਾਂ ਇਹਦੇ ਵਿੱਚ iota ਦੀ ਪਾਵਰ 6 ਆ ਗਿਆ, ਤਾਂ iota ਦੀ ਪਾਵਰ 6 -1 ਹੁੰਦਾ, ਕਿਉਂਕਿ iota ਰੇਜ਼ ਟੂ ਪਾਵਰ 6 ਮੀਨਸ iota ਰੇਜ਼ ਟੂ ਪਾਵਰ 4 ਇੰਟੂ iota ਸਕੇਅਰ। ਆ 1 ਬਣ ਗਿਆ ਅਤੇ iota ਸਕੇਅਰ -1। ਤਾਂ ਇਸ ਤਰੀਕੇ ਨਾਲ ਆਪਾਂ ਸਾਰੀਆਂ ਟਰਮਸ ਲਿਖ ਲਈਆਂ, iota ਵੀ ਰਿਜ਼ੋਲਵ ਕਰ ਲਿਆ। ਹੁਣ ਇਹਦੇ 'ਚ ਕੀ ਕਰਨਾ, ਤੁਸੀਂ ਰੀਅਲ ਪਾਰਟ ਦੇਖਣਾ ਜਿਹਦੇ 'ਚ iota ਨਹੀਂ ਆਉਂਦਾ, ਉਹ cos ਵਾਲੀਆਂ ਟਰਮ ਹੋਣਗੀਆਂ। ਲੇਕਿਨ ਇੱਥੇ ਸਾਨੂੰ ਪੁੱਛਿਆ ਇਮੈਜਨਰੀ ਪਾਰਟ, ਮਤਲਬ 6 ਥੀਟਾ sin 6 ਥੀਟਾ ਦੀ ਵੈਲਿਊ ਪੁੱਛੀ ਹੈ, ਤਾਂ ਆਪਾਂ ਨੂੰ iota ਵਾਲੀ ਟਰਮ ਲਿਖੀਆਂ। ਜਿਹਦੇ 'ਚ iota ਆਉਂਦਾ ਸੀ, ਵੀ ਰਾਈਟ ਆਲ ਦੋਜ਼ ਟਰਮਸ ਕੰਟੇਨਿੰਗ iota ਐਂਡ ਦੀਜ਼ ਆਰ ਦੀ 3 ਟਰਮਸ। ਇਹ ਤਾਂ ਪਹਿਲਾਂ ਹੋ ਗਿਆ, ਐਕਸਪੈਂਸ਼ਨ ਹੋ ਗਈ sin 6 ਥੀਟਾ ਦੀ। So this is sin 6 theta, the value here we obtain, और ਉਹਨੂੰ sin theta ਨਾਲ ਜਦੋਂ ਡਿਵਾਈਡ ਕਰਦੇ ਹਰ ਇੱਕ ਦੇ ਚੋਂ sin theta ਕਾਮਨ ਲੈ ਲਓ and cancel with the denominator, so you get the deduction, answer of the deduction।